ਹਾਲੇਲੂਇਆ ਪ੍ਰੇਜ਼ ਦ ਲਾਰਡ। ਖੁਦਾ ਦਾ ਸ਼ੁਕਰ, ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਚੰਗੇ ਸਮੇਂ ਦੇ ਲਈ ਜੋ ਖੁਦਾ ਨੇ ਸਾਡੀ ਜ਼ਿੰਦਗੀ 'ਚ ਬਖਸ਼ਿਆ ਕਿ ਅਸੀਂ ਪ੍ਰਭੂ ਦੀ ਮਹਿਮਾ ਕਰ ਸਕੀਏ। ਆਓ ਅਸੀਂ ਇੱਕ ਵਚਨ ਪੜਾਂਗੇ ਜ਼ਬੂਰ ਨੰਬਰ 119 ਉਸ ਦੀ 9 ਆਇਤ ਨੂੰ। ਜਵਾਨ ਕਿੱਦਾਂ ਆਪਣੀ ਚਾਲ ਨੂੰ ਸ਼ੁੱਧ ਰੱਖੇ, ਜਵਾਨ ਕਿੱਦਾਂ ਆਪਣੀ ਚਾਲ ਨੂੰ ਸ਼ੁੱਧ ਰੱਖੇ, ਉਹ ਤੇਰੇ ਵਚਨ ਦੇ ਅਨੁਸਾਰ, ਉਹ ਤੇਰੇ ਵਚਨ ਦੇ ਅਨੁਸਾਰ ਉਹਦੀ ਚੌਕਸੀ ਕਰੇ, ਉਹਦੀ ਚੌਕਸੀ ਕਰੇ। ਹਾਲੇਲੂਇਆ। ਹਾਲੇਲੂਇਆ। ਇਸ ਆਇਤ ਦੇ ਵਿੱਚ, ਇਸ ਵਚਨ ਦੇ ਵਿੱਚ ਕਿਹਾ ਗਿਆ ਇੱਕ ਜਵਾਨ ਜਿਹੜਾ ਹੈ ਉਹ ਕਿਸ ਤਰ੍ਹਾਂ ਆਪਣੀ ਚਾਲ ਨੂੰ ਸ਼ੁੱਧ ਰੱਖ ਸਕਦਾ ਹੈ। ਫਿਰ ਲਿਖਿਆ ਉਹ ਤੇਰੇ ਵਚਨ ਦੇ ਅਨੁਸਾਰ ਉਹਦੀ ਕੀ ਕਰੇ, ਚੌਕਸੀ ਕਰੇ। ਅੱਜ ਦਾ ਜੋ ਸਰਮਨ ਹੈ, ਅੱਜ ਦਾ ਜੋ ਵਚਨ ਹੈ, ਖਾਸ ਕਰਕੇ ਯੰਗ ਲੋਕਾਂ ਦੇ ਲਈ, ਜਵਾਨ ਲੋਕਾਂ ਦੇ ਲਈ ਹੈ। ਜੋ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਇੱਕ ਜਵਾਨ ਬੰਦਾ, ਇੱਕ ਯੰਗ ਇਨਸਾਨ ਜੋ ਹੈ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਜੋ ਹੈ ਸ਼ੁੱਧ ਰੱਖ ਸਕਦਾ ਹੈ। ਅੱਜ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਨੂੰ ਦੇਖਣਾ ਹੈ। ਪਰਮੇਸ਼ਰ ਕੀ ਮੰਗ ਕਰਦਾ ਇੱਕ ਜਵਾਨ ਬੰਦੇ ਦੇ ਕੋਲੋਂ। ਇੱਕ ਆਇਤ ਨੂੰ ਅਸੀਂ ਹੋਰ ਪੜਾਂਗੇ, ਉਪਦੇਸ਼ਕ ਉਸ ਦਾ 12 ਅਧਿਆਇ ਉਸ ਦੀ 1 ਆਇਤ ਨੂੰ ਪੜ੍ਹ ਦਿਓ। ਆਪਣੀ ਜਵਾਨੀ ਦੇ ਦਿਨੀ, ਆਪਣੀ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ, ਆਪਣੇ ਕਰਤਾਰ ਨੂੰ ਕੀ ਕਰ, ਚੇਤੇ ਰੱਖ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਇਹ ਕਹਿ ਰਿਹਾ ਹੈ ਕਿ ਜਵਾਨ ਜੋ ਹੈ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਕਰਤਾਰ ਨੂੰ ਕੀ ਰੱਖਣਾ ਹੈ, ਚੇਤੇ ਰੱਖਣਾ। ਜਵਾਨ ਇਨਸਾਨ ਜਦੋਂ ਹੁੰਦਾ ਨਾ, ਜੰਗ ਹੁੰਦਾ ਹੈ, ਉਸ ਸਮੇਂ ਉਸ ਨੂੰ ਰੱਬ ਦਾ ਡਰ ਨਹੀਂ ਹੁੰਦਾ, ਰੱਬ ਦਾ ਭੈ ਨਹੀਂ ਹੁੰਦਾ, ਤੇ ਨਾ ਹੀ ਬੰਦਾ ਜਵਾਨੀ ਦੇ ਵਿੱਚ ਰੱਬ ਨੂੰ ਯਾਦ ਕਰਦਾ ਹੈ। ਪਰ ਖੁਦਾ ਦਾ ਵਚਨ ਇਹ ਸਿਖਾਉਂਦਾ ਹੈ ਕਿ ਇੱਕ ਜਵਾਨ ਬੰਦੇ ਨੂੰ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਆਪਣੇ ਕਰਤਾਰ ਨੂੰ ਕੀ ਕਰਨਾ ਹੈ, ਚੇਤੇ ਰੱਖਣਾ ਹੈ। ਹਾਲੇਲੂਇਆ। ਜੇ ਆਪਣੇ ਕਰਤਾਰ ਨੂੰ, ਆਪਣੇ ਪ੍ਰਮਾਤਮਾ ਨੂੰ, ਖੁਦਾ ਨੂੰ ਇੱਕ ਜਵਾਨ ਬੰਦਾ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਚੇਤੇ ਰੱਖੇਗਾ ਤੇ ਉਹ ਆਪਣੀ ਲਾਈਫ ਨੂੰ ਸ਼ੁੱਧ ਕਰ ਸਕਦਾ ਹੈ। ਪੜ੍ਹ ਦਿਓ ਅੱਗੇ। ਜਦ ਕਿ ਉਹ ਮਾੜੇ ਦਿਨ ਅਜੇ ਨਹੀਂ ਆਏ, ਜਦ ਕਿ ਉਹ ਮਾੜੇ ਦਿਨ ਅਜੇ ਨਹੀਂ ਆਏ, ਅਤੇ ਉਹ ਵਰੇ ਅਜੇ ਨੇੜੇ ਨਹੀਂ ਪੁੱਜੇ, ਉਹ ਵਰੇ ਅਜੇ ਨੇੜੇ ਨਹੀਂ ਪੁੱਜੇ, ਜਿਨ੍ਹਾਂ ਵਿੱਚ ਤੂੰ ਆਖੇਂਗਾ, ਜਿਨ੍ਹਾਂ ਵਿੱਚ ਤੂੰ ਆਖੇਂਗਾ, ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ, ਮੈਨੂੰ ਕੋਈ ਖੁਸ਼ੀ ਨਹੀਂ। ਪਰਮੇਸ਼ਰ ਦਾ ਵਚਨ ਸਿਖਾਉਂਦਾ ਹੈ ਕਿ ਹੇ ਜਵਾਨ, ਤੂੰ ਆਪਣੀ ਜਵਾਨੀ ਦੇ ਸਮੇਂ ਆਪਣੇ ਕਰਤਾਰ ਨੂੰ ਕੀ ਕਰ, ਚੇਤੇ ਰੱਖ। ਅਜੇ ਉਹ ਸਮਾਂ ਜਾਂ ਉਹ ਵਰੇ ਨਹੀਂ ਆਏ ਜਿਨ੍ਹਾਂ ਵਿੱਚ ਤੂੰ ਕਹੇਗਾ ਮੈਨੂੰ ਕੁਝ ਲਾਭ ਨਹੀਂ ਹੈ। ਇਹ ਭਲਾ ਹੈ ਤੇਰੇ ਲਈ ਕਿ ਤੂੰ ਆਪਣੀ ਜਵਾਨੀ ਦੇ ਵਿੱਚ ਆਪਣੇ ਕਰਤਾਰ ਨੂੰ ਕੀ ਕਰ, ਚੇਤੇ ਕਰ। ਸਭ ਜੰਗ ਲੋਕ ਜੋ ਨੇ ਖੁਦਾ ਨੂੰ, ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਯਾਦ ਕਰਨਾ ਹੈ। ਇੱਕ ਵਚਨ ਹੋਰ ਤੁਸੀਂ ਪੜ੍ਹ ਦਿਓ, ਇਫਸੀਆਂ 6 ਅਧਿਆਇ ਉਸ ਦੀ 1 ਤੋਂ 3 ਤੱਕ। ਹੇ ਬਾਲਕੋ, ਕੀ ਲਿਖਿਆ? ਹੇ ਬਾਲਕੋ, ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ। ਆਪਣੇ ਮਾਪਿਆਂ ਦੇ ਕੀ ਰਹਿਣਾ ਹੈ, ਆਗਿਆਕਾਰ। ਹਾਲੇਲੂਇਆ। ਹੇ ਬਾਲਕੋ, ਪ੍ਰਭੂ ਦੇ ਵਿੱਚ, ਖੁਦਾ ਦੇ ਵਿੱਚ ਰਹਿਣਾ ਹੈ ਤੇ ਆਪਣੇ ਮਾਪਿਆਂ ਦੇ ਕੀ ਰਹਿਣਾ, ਤੁਸੀਂ ਆਗਿਆਕਾਰ ਰਹਿਣਾ ਆ। ਕਿਉਂ? ਜੋ ਇਹ ਧਰਮ ਦੀ ਗੱਲ ਹੈ, ਕਿਉਂਕਿ ਇਹ ਧਰਮ ਦੀ ਗੱਲ ਹੈ। ਤੂੰ ਆਪਣੇ ਮਾਂ-ਪਿਓ ਦਾ ਆਦਰ ਕਰ। ਲਿਖਿਆ ਤੂੰ ਆਪਣੇ ਮਾਂ-ਪਿਓ ਦਾ ਆਦਰ ਕਰ, ਭਈ ਤੇਰਾ ਭਲਾ ਹੋਵੇ। ਤੇਰਾ ਕੀ ਹੋਵੇਗਾ? ਭਲਾ ਹੋਵੇ। ਮਾਂ-ਪਿਓ ਦਾ ਆਦਰ ਕਰਾਂਗੇ ਤੇ ਭਲਾ ਹੋਏਗਾ। ਲਿਖਿਆ ਤੂੰ ਆਪਣੇ ਮਾਂ-ਪਿਓ ਦਾ ਆਦਰ ਕਰ, ਤੇਰਾ ਭਲਾ ਹੋਏਗਾ। ਔਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ। ਧਰਤੀ ਉੱਤੇ ਕੀ ਹੋਏਗੀ? ਤੇਰੀ ਉਮਰ ਲੰਮੀ। ਜਦੋਂ ਆਪਣੇ ਮਾਂ-ਪਿਓ ਦਾ ਆਦਰ ਕਰਦਾ ਹੈ, ਤੇਰਾ ਭਲਾ ਹੋਏਗਾ, ਧਰਤੀ ਉੱਤੇ ਤੇਰੀ ਉਮਰ ਲੰਮੀ ਹੋਏਗੀ। ਹਾਂਜੀ, ਇਹ ਵਾਅਦੇ ਨਾਲ ਪਹਿਲਾ ਹੁਕਮ ਹੈ। ਵਾਅਦੇ ਨਾਲ ਕੀ ਹੈ? ਪਹਿਲਾ ਹੁਕਮ ਹੈ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਦੇ ਵਚਨ 'ਚ ਲਿਖਿਆ ਵਾਅਦੇ ਨਾਲ ਇਹ ਪਹਿਲਾ ਹੁਕਮ ਹੈ ਕਿ ਬੱਚੇ ਜੋ ਹਨ ਆਪਣੇ ਮਾਂ-ਪਿਓ ਦੇ ਆਗਿਆਕਾਰ ਹਨ, ਉਹਨਾਂ ਦਾ ਆਦਰ ਕਰਨ। ਖੁਦਾ ਦਾ ਵਚਨ ਇਹ ਸਿਖਾਉਂਦਾ ਹੈ। ਜਦੋਂ ਅਸੀਂ 10 ਹੁਕਮਾਂ ਨੂੰ ਦੇਖਦੇ ਹਾਂ, ਔਰ 10 ਹੁਕਮਾਂ ਨੂੰ 2 ਭਾਗ ਦੇ ਵਿੱਚ ਵੰਡਿਆ ਗਿਆ। 4 ਹੁਕਮ ਜਿਹੜੇ ਪਹਿਲੇ ਨੇ ਉਹ ਖੁਦਾ ਦੇ ਨਾਲ ਸੰਬੰਧਿਤ ਨੇ, ਪਰਮੇਸ਼ਰ ਨਾਲ ਸੰਬੰਧਿਤ ਹੈ, ਔਰ 6 ਹੁਕਮ ਜਿਹੜੇ ਨੇ ਉਹ ਇਨਸਾਨ ਦੀ ਲਾਈਫ ਦੇ ਨਾਲ ਸੰਬੰਧਿਤ ਹੈ। ਔਰ ਇਹਨਾਂ 6 ਹੁਕਮਾਂ ਦੇ ਵਿੱਚੋਂ ਪਹਿਲਾ ਹੁਕਮ ਹੀ ਇਹ ਦਿੱਤਾ ਗਿਆ ਕਿ ਹੇ ਬਾਲਕੋ, ਆਪਣੇ ਮਾਂ-ਪਿਓ ਦਾ ਕੀ ਕਰੋ, ਤੁਸੀਂ ਆਦਰ ਕਰੋ। ਬੋਲੋ ਹਾਲੇਲੂਇਆ। ਜੇ ਅਸੀਂ ਪਹਿਲੇ ਹੁਕਮ ਨੂੰ ਹੀ ਨਹੀਂ ਮੰਨਦੇ, ਤੁਸੀਂ ਸੰਗਤ ਵਿੱਚ ਆਉਂਦੇ ਹੋ, ਅੱਛੀ ਗੱਲ ਹੈ। ਤੁਸੀਂ ਦੁਆ ਕਰਦੇ ਹੋ, ਅੱਛੀ ਗੱਲ ਹੈ। ਤੁਸੀਂ ਚਰਚ ਦੇ ਵਿੱਚ ਆ ਕੇ ਬੈਠਦੇ ਹੋ, ਅੱਛੀ ਗੱਲ ਹੈ। ਤੁਸੀਂ ਗੀਤ ਭਜਨ ਆਰਾਧਨਾ ਕਰਦੇ ਹੋ, ਅੱਛੀ ਗੱਲ ਹੈ। ਤੁਸੀਂ ਦੁਆ ਦੇ ਵਿੱਚ ਸਮਾਂ ਬਿਤਾਉਂਦੇ ਹੋ, ਅੱਛੀ ਗੱਲ ਹੈ। ਪਰ ਜੇ ਆਗਿਆਕਾਰੀ ਹੀ ਨਹੀਂ ਹੈ,
ਤੇ ਫਿਰ ਇਹਨਾਂ ਸਾਰੀਆਂ ਗੱਲਾਂ ਦਾ ਕਰਨਾ ਵਿਅਰਥ ਹੈ, ਕਿਉਂਕਿ ਤੁਸੀਂ ਪਹਿਲਾ ਹੁਕਮ ਹੀ ਤੋੜ ਦਿੱਤਾ। ਮਾਂ ਪਿਓ ਦੀ ਆਗਿਆਕਾਰੀ ਨਹੀਂ ਕੀਤੀ, ਮਾਂ ਪਿਓ ਦੇ ਹੁਕਮ ਦੇ ਵਿੱਚ ਨਹੀਂ ਰਹੇ, ਤੇ ਫਿਰ ਅਸੀਂ ਖੁਦਾ ਦੇ ਉਸ ਪਹਿਲੇ ਹੁਕਮ ਨੂੰ ਹੀ ਤੋੜ ਦਿੱਤਾ ਹੈ, ਤੇ ਫਿਰ ਸਾਡੀ ਦੁਆ ਕਰਨ ਦਾ ਕੋਈ ਫਾਇਦਾ ਨਹੀਂ ਹੈ। ਹਾਲੇਲੂਇਆ। ਸਾਡੀ ਭਗਤੀ, ਸਾਡੀ ਦੁਆ ਤੇ ਇੱਕ ਇਹੋ ਹੀ ਆ, ਅਸੀਂ ਆਪਣੇ ਮਾਂ ਪਿਓ ਦੇ ਆਗਿਆਕਾਰ ਰਹੀਏ, ਕਿਉਂਕਿ ਲਿਖਿਆ ਹੈ ਕਿ ਜਦੋਂ ਤੁਸੀਂ ਮਾਂ ਪਿਓ ਦਾ ਆਦਰ ਕਰਦੇ ਹੋ ਤੇ ਇਹ ਪਰਮੇਸ਼ਰ ਨੂੰ ਭਾਉਂਦਾ ਹੈ, ਪਰਮੇਸ਼ਰ ਨੂੰ ਚੰਗਾ ਲੱਗਦਾ ਆ। ਔਰ ਸਾਨੂੰ ਚਾਹੀਦਾ ਹੈ ਕਿ ਅਸੀਂ ਮਾਂ ਪਿਓ ਦੇ ਆਗਿਆਕਾਰ ਹੋਈਏ। ਫਿਰ ਸਾਡੀ ਦੁਆ ਦਾ ਫਾਇਦਾ ਹੈ, ਫਿਰ ਸਾਡੇ ਭਜਨ ਬੋਲਣ ਦਾ ਫਾਇਦਾ ਹੈ, ਸਾਡੀ ਵਰਸ਼ਿਪ ਕਰਨ ਦਾ ਫਾਇਦਾ ਹੈ, ਸਾਡੇ ਰੋਜ਼ੇ ਰੱਖਣ ਦਾ ਫਾਇਦਾ ਹੈ। ਜੇ ਅਸੀਂ ਪਹਿਲਾ ਹੁਕਮ ਹੀ ਨਹੀਂ ਮੰਨਦੇ ਤੇ ਆ ਕੇ ਚਰਚ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਬੈਠਦੇ ਹਾਂ ਤੇ ਉਹਦਾ ਕੋਈ ਫਾਇਦਾ ਨਹੀਂ। ਹੋ ਸਕਦਾ ਤੂੰ ਚਰਚ ਦੇ ਵਿੱਚ ਆਖਰੀ ਲਾਈਨ ਤੇ ਬੈਠਦਾ ਹੋਵੇਂ, ਹੋ ਸਕਦਾ ਤੂੰ ਥੋੜੀ ਦੁਆ ਕਰਦਾ ਹੋਵੇਂ, ਹੋ ਸਕਦਾ ਤੈਨੂੰ ਭਜਨ ਬੋਲਣੇ ਨਾ ਆਉਂਦੇ ਹੋਣ, ਪਰ ਜੇ ਤੂੰ ਮਾਂ ਪਿਓ ਦੀ ਆਗਿਆਕਾਰੀ ਕਰਦਾ ਹੈ, ਮਾਂ ਪਿਓ ਦੇ ਹੁਕਮ ਦੇ ਵਿੱਚ ਹੈ, ਖੁਦਾ ਦੇ ਵਚਨ ਨੂੰ ਪੂਰਿਆ ਕਰਦਾ ਹੈ, ਤੇ ਤੇਰੀ ਭਗਤੀ ਉਹਨਾਂ ਨਾਲੋਂ ਜ਼ਿਆਦਾ ਹੈ ਜਿਹੜੇ ਅਗਲੀ ਲਾਈਨ 'ਚ ਬੈਠਦੇ ਨੇ ਤੇ ਮਾਂ ਪਿਓ ਦੀ ਆਗਿਆਕਾਰੀ ਨਹੀਂ ਕਰਦੇ। ਵਾਅਦੇ ਨਾਲ ਪਹਿਲਾ ਹੁਕਮ ਹੀ ਇਹ ਹੈ ਕਿ ਤੂੰ ਆਪਣੇ ਮਾਂ ਪਿਓ ਦੇ ਕੀ ਰਹਿ ਆਗਿਆਕਾਰ ਰਹਿ। ਕੁਝ ਗੱਲਾਂ ਮੈਂ ਸਿਖਾਉਣੀਆਂ ਚਾਹੁੰਦਾ ਜਵਾਨ ਲੋਕਾਂ ਦੇ ਲਈ, ਜੋ ਅੱਜ ਦੇ ਦੌਰ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਯੰਗ ਲੋਕ, ਜਵਾਨ ਭਾਈ ਭੈਣਾਂ ਜੋ ਹਨ, ਅੱਜ ਕੱਲ੍ਹ ਮਾਂ ਪਿਓ ਦੀ ਆਗਿਆ ਦੇ ਵਿੱਚ ਨਹੀਂ ਹੈ। ਘਰਾਂ ਦੇ ਵਿੱਚ ਜਾਈਦਾ ਹੈ, ਮਿਲੀਦਾ ਹੈ, ਪ੍ਰਾਰਥਨਾ ਕਰੀਦੀ, ਲੋਕਾਂ ਦੇ ਲਈ ਬਹੁਤ ਗੰਭੀਰ ਗੱਲ ਜਾਂ ਗੰਭੀਰ ਮਸਲਾ ਬਣਿਆ ਹੋਇਆ ਹੈ ਕਿ ਬੱਚੇ ਜੋ ਨੇ ਅਣ ਆਗਿਆਕਾਰੀ ਕਰ ਰਹੇ ਨੇ, ਮਾਂ ਪਿਓ ਦੇ ਹੁਕਮ ਦੇ ਵਿੱਚ ਨਹੀਂ। ਖਾਸ ਕਰਕੇ ਆਪਣੀ ਮੈਰਿਜ ਨੂੰ ਲੈ ਕੇ ਅੱਜ ਕੱਲ੍ਹ ਬੱਚੇ ਆਪਣਾ ਲਾਈਫ ਪਾਰਟਨਰ ਆਪ ਚੁਣਦੇ ਆ, ਠੀਕ ਹੈ, ਪਰ ਜੇ ਤੁਹਾਡੇ ਮਾਂ ਪਿਓ ਉਹਦੇ ਵਿੱਚ ਸਹਿਮਤ ਹਨ, ਪਰ ਜੇ ਮਾਂ ਪਿਓ ਸਹਿਮਤ ਨਹੀਂ, ਤੁਸੀਂ ਆਪਣੇ ਮਾਂ ਪਿਓ ਦੀ ਅਣਆਗਿਆਕਾਰੀ ਕਰਕੇ ਜਾਂ ਉਹਨਾਂ ਦੇ ਫੈਸਲੇ ਦੇ ਵਿਰੁੱਧ ਜਾ ਕੇ ਆਪਣੀ ਮਰਜ਼ੀ ਦੇ ਨਾਲ ਆਪਣਾ ਲਾਈਫ ਪਾਰਟਨਰ ਚੁਣਦੇ ਹੋ, ਜੋ ਤੁਹਾਡੇ ਲਈ ਬਾਅਦ ਵਿੱਚ ਮੁਸ਼ਕਲ ਪੈਦਾ ਹੋ ਜਾਂਦੀ ਹੈ। ਬਹੁਤ ਐਸੀਆਂ ਘਰਾਂ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਨੇ, ਐਸੇ ਘਰਾਂ ਦੇ ਵਿੱਚ ਪ੍ਰੋਬਲਮਸ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਲੜਕੇ ਜਾਂ ਲੜਕੀਆਂ ਆਪਣੇ ਘਰਾਂ ਨੂੰ ਛੱਡ ਕੇ ਔਰ ਆਪਣੀ ਮਰਜ਼ੀ ਦਾ ਲਾਈਫ ਪਾਰਟਨਰ ਲੈ ਕੇ ਘਰ ਨੂੰ ਛੱਡ ਕੇ ਚਲੇ ਜਾਂਦੇ ਨੇ, ਜੋ ਬਹੁਤ ਜ਼ਿਆਦਾ ਮੁਸ਼ਕਲ ਘਰ ਦੇ ਵਿੱਚ ਬਾਅਦ ਵਿੱਚ ਬਣ ਜਾਂਦੀ ਹੈ। ਮਾਂ ਪਿਓ ਦੇ ਲਈ, ਉਸ ਮਾਂ ਪਿਓ ਦੇ ਲਈ ਬਿਲਕੁਲ ਨਹੀਂ ਸੋਚਦੇ ਜਿਸ ਮਾਂ ਪਿਓ ਨੇ ਤੁਹਾਨੂੰ ਪਾਲ ਪੋਸ ਕੇ ਵੱਡਿਆਂ ਕੀਤਾ, ਜਿਸ ਮਾਂ ਪਿਓ ਨੇ ਤੁਹਾਨੂੰ ਜਨਮ ਦਿੱਤਾ ਹੈ ਔਰ ਤੁਹਾਨੂੰ 20-25 ਸਾਲ ਸੰਭਾਲਿਆ ਹੈ। ਤੁਸੀਂ ਉਹਨਾਂ ਦਾ ਖਿਆਲ ਕੀਤੇ ਬਿਨਾਂ ਆਪਣੀ ਅੱਖਾਂ ਦੀ ਅਭਿਲਾਸ਼ਾ ਨੂੰ ਪੂਰੀਆਂ ਕਰਨ ਦੇ ਲਈ ਉਹਨਾਂ ਨੂੰ ਰੋਂਦਿਆਂ ਛੱਡ ਜਾਂਦੇ ਹੋ। ਲੜਕੀਆਂ ਆਪਣੇ ਮਾਂ ਪਿਓ ਦੇ ਬਾਰੇ ਨਹੀਂ ਸੋਚਦੀਆਂ, ਆਪਣਾ ਘਰ ਛੱਡ ਕੇ ਲੜਕਿਆਂ ਦੇ ਨਾਲ ਚਲੀਆਂ ਜਾਂਦੀਆਂ ਨੇ। ਲੜਕੇ ਵੀ ਇਸ ਤਰ੍ਹਾਂ ਕਰਦੇ ਨੇ, ਆਪਣੇ ਮਾਂ ਪਿਓ ਦੀ ਉਸ ਮਿਹਨਤ ਨੂੰ ਨਹੀਂ ਵੇਖਦੇ ਔਰ ਆਪਣੇ ਘਰ ਨੂੰ ਛੱਡ ਕੇ ਘਰੋਂ ਦੌੜ ਜਾਂਦੇ ਨੇ, ਲੜਕੀਆਂ ਨੂੰ ਲੈ ਕੇ ਚਲੇ ਜਾਂਦੇ ਨੇ। ਐਸੇ ਬਹੁਤ ਮਸਲੇ ਦੇਖਣ ਨੂੰ ਮਿਲ ਰਹੇ ਨੇ ਜੋ ਕਿ ਆਪਣੀ ਮਰਜ਼ੀ ਕਰਦੇ ਨੇ, ਮਾਂ ਪਿਓ ਦੀ ਮਰਜ਼ੀ ਦੇ ਵਿਰੁੱਧ ਜਾ ਕੇ। ਤੁਸੀਂ ਆਪਣੇ ਮਾਂ ਪਿਓ ਨੂੰ ਦੁਖੀ ਕਰਦੇ ਹੋ, ਉਸ ਮਾਂ ਪਿਓ ਨੂੰ ਜਿਸਨੇ ਤੁਹਾਨੂੰ ਪਾਲ ਪੋਸ ਕੇ ਵੱਡਿਆਂ ਕੀਤਾ। ਥੋੜਾ ਵੀ ਉਹਨਾਂ ਬਾਰੇ ਨਹੀਂ ਸੋਚਦੇ ਕਿ ਮੇਰੇ ਜਾਣ ਤੋਂ ਬਾਅਦ ਵਿੱਚ ਉਹਨਾਂ ਦਾ ਕੀ ਹਾਲ ਹੋਏਗਾ, ਮੇਰੇ ਜਾਣ ਤੋਂ ਬਾਅਦ ਉਹ ਕਿਸ ਹਾਲਾਤ ਦੇ ਵਿੱਚ ਹੋਣਗੇ। ਜਿਹੜੇ ਸਾਨੂੰ ਇੰਨਾ ਪਿਆਰ ਕਰਦੇ, ਬਾਣੀ ਦੇ ਵਿੱਚ ਲਿਖਿਆ ਹੈ, ਉਹ ਕਿਹੜਾ ਪਿਓ ਹੈ ਜਿਸ ਦਾ ਬੱਚਾ ਉਹਦੇ ਕੋਲੋਂ ਮੱਛੀ ਮੰਗੇ ਤੇ ਉਸਨੂੰ ਸੱਪ ਦੇਵੇ। ਸਾਡੇ ਮਾਂ ਪਿਓ ਸਾਡੇ ਲਈ ਬੈਸਟ ਸੋਚਦੇ ਆ, ਵਧੀਆ ਸੋਚਦੇ ਆ। ਖੁਦਾ ਨੇ ਸਾਨੂੰ ਮਾਂ ਪਿਓ ਦਿੱਤੇ ਆ ਨਾ, ਉਹ ਸਾਡੇ ਲਈ ਅੱਛਾ ਸੋਚਦੇ ਨੇ। ਅਸੀਂ ਥੋੜਾ ਇੰਤਜ਼ਾਰ ਕਰੀਏ। ਮੈਂ ਖਾਸ ਕਰਕੇ ਯੰਗ ਲੜਕੇ ਲੜਕੀਆਂ ਨੂੰ ਕਹਿਣਾ ਚਾਹੁੰਦਾ ਹਾਂ, ਗਲਤ ਸਟੈਪ ਨਾ ਚੁੱਕੋ। ਤੁਹਾਡੇ ਇੱਕ ਗਲਤ ਸਟੈਪ ਦੇ ਨਾਲ, ਇਸ ਅਣਆਗਿਆਕਾਰੀ ਦੇ ਨਾਲ ਤੁਹਾਡੇ ਮਾਂ ਪਿਓ ਨੂੰ ਬਹੁਤ ਸ਼ਰਮਿੰਦਗੀ ਦਾ ਮੂੰਹ ਦੇਖਣਾ ਪੈਂਦਾ ਹੈ। ਤੁਹਾਡੀ ਮਾਂ ਉਹਨਾਂ 4 ਔਰਤਾਂ ਦੇ ਵਿੱਚ ਬੈਠਣ ਦੇ ਯੋਗ ਨਹੀਂ ਰਹਿੰਦੀ, ਤੁਹਾਡਾ ਪਿਓ 4 ਬੰਦਿਆਂ ਦੇ ਵਿੱਚ ਬੈਠਣ ਦੇ ਯੋਗ ਨਹੀਂ ਰਹਿੰਦਾ, ਕਿਉਂਕਿ ਐਸੀ ਸ਼ਰਮਿੰਦਗੀ ਤੁਸੀਂ ਉਹਨਾਂ ਦੇ ਮੱਥੇ ਦੇ ਉੱਤੇ ਲਾ ਕੇ ਚਲੇ ਜਾਂਦੇ ਹੋ, ਜਿਨ੍ਹਾਂ ਨੇ ਤੁਹਾਨੂੰ ਪਾਲਿਆ, ਜਿਨ੍ਹਾਂ ਨੇ ਤੁਹਾਨੂੰ ਵੱਡਿਆਂ ਕੀਤਾ, ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਹੈ ਔਰ ਤੁਹਾਨੂੰ ਜ਼ਿੰਦਗੀ ਜੀਣੀ ਸਿਖਾਈ ਹੈ। ਤੁਸੀਂ ਉਹਨਾਂ ਨੂੰ ਐਸੇ ਹਾਲਾਤਾਂ ਦੇ ਵਿੱਚ ਛੱਡ ਕੇ ਚਲੇ ਜਾਂਦੇ ਹੋ, ਨਾ ਉਹ ਜੀਣ ਜੋਗੇ ਤੇ ਨਾ ਮਰਨ ਜੋਗੇ। ਇਹ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਅਣਆਗਿਆਕਾਰੀ ਕਰ ਰਹੇ ਹੋ, ਔਰ ਅਣਆਗਿਆਕਾਰੀ ਕਰਕੇ ਤੁਸੀਂ ਇਸ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈਂਦੇ ਹੋ। ਤੁਸੀਂ ਸੋਚਦੇ ਹੋ ਕਿ ਅਸੀਂ ਵਧੀਆ ਕੀਤਾ ਹੈ, ਜਦ ਕਿ ਇਹ ਬਹੁਤ ਗਲਤ ਹੈ। ਜੇ ਸਾਡੇ ਮਾਂ ਪਿਓ ਸਾਡੀ
ਮੈਰਿਜ ਦੇ ਵਿੱਚ ਸਹਿਮਤ ਨਹੀਂ ਆ, ਮਰਜ਼ੀ ਦੇ ਖਿਲਾਫ ਕੋਈ ਸਟੈਪ ਨਹੀਂ ਚੱਕਣਾ, ਆਗਿਆਕਾਰੀ ਦੇ ਵਿੱਚ ਰਹਿਣਾ ਹੈ, ਕਿਉਂਕਿ ਪਰਮੇਸ਼ਰ ਦਾ ਵਚਨ ਇਹ ਸਾਨੂੰ ਸਿਖਾਉਂਦਾ ਹੈ। ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਜੋ ਬਹੁਤ ਵੱਡੀ ਅਨਾਗਿਆਕਾਰੀ ਦਾ ਕਾਰਨ ਬਣ ਰਹੀ ਹੈ ਉਹ ਹੈ ਇੰਟਰਨੈਟ। ਇੰਟਰਨੈਟ ਜੋ ਹੈ ਬਹੁਤ ਬੱਚਿਆਂ ਨੂੰ ਜੋ ਹੈ ਅਨਾਗਿਆਕਾਰੀ ਵਿੱਚ ਲੈ ਕੇ ਜਾ ਰਿਹਾ ਹੈ। ਬਹੁਤ ਲੋਕ ਇੰਟਰਨੈਟ ਦੇ ਕਰਕੇ ਅਨਾਗਿਆਕਾਰੀ ਕਰ ਰਹੇ ਨੇ, ਔਰ ਜਿਨ੍ਹਾਂ ਦੇ ਵਿੱਚ ਵੇਖਣ ਨੂੰ ਜ਼ਿਆਦਾ ਮਿਲ ਰਿਹਾ ਹੈ ਕਿ ਜ਼ਿਆਦਾ ਬੱਚੇ ਜੋ ਹਨ ਉਹ PUBG ਤੇ ਲੱਗੇ ਹੋਏ ਨੇ। ਬਹੁਤ ਘਰਾਂ ਦੇ ਵਿੱਚ ਜਾਈਦਾ, ਦੇਖੀਦਾ ਹੈ, ਮਿਲੀਦਾ ਹੈ, ਔਰ ਜਾਂਦਿਆਂ ਪਤਾ ਲੱਗਦਾ ਜੀ ਇਹ PUBG ਖੇਲ ਰਿਹਾ ਹੈ। ਬਹੁਤ ਮਾਂ ਪਿਓ ਇਹ ਕੰਪਲੇਨ ਕਰਦੇ ਨੇ, ਪਾਸ ਇਹਨਾਂ ਨੂੰ ਸਮਝਾਓ ਜੀ ਇਹ ਸਾਰੀ ਦਿਹਾੜੀ PUBG ਤੇ ਲੱਗੇ ਰਹਿੰਦੇ ਨੇ। ਇਹ PUBG ਜਿਹੜੀ ਹੈ ਤੁਹਾਨੂੰ ਅਨਾਗਿਆਕਾਰੀ ਵੱਲ ਲੈ ਕੇ ਜਾ ਰਹੀ ਹੈ। ਇਹ PUBG ਤੁਹਾਨੂੰ ਖੁਦਾ ਦੇ ਵਚਨ ਤੋਂ ਦੂਰ ਲੈ ਕੇ ਜਾ ਰਹੀ ਹੈ। ਇਹ ਸ਼ੈਤਾਨ ਦਾ ਵਿਛਾਇਆ ਹੋਇਆ ਇੱਕ ਜਾਲ ਹੈ ਜਿਹਦੇ ਵਿੱਚ ਤੁਸੀਂ ਫਸ ਰਹੇ ਹੋ। ਤੁਹਾਡੇ ਘਰ ਦੇ ਵਿੱਚ ਕਈ ਕੰਮਾਂ ਦੀ ਜ਼ਰੂਰਤ ਹੈ, ਪਰ ਤੁਸੀਂ 2-2 4-4 ਘੰਟੇ ਉਸ PUBG ਤੇ ਲੱਗੇ ਹੋ। ਤੁਹਾਡੀ ਮਾਂ ਤੁਹਾਨੂੰ ਆਵਾਜ਼ ਮਾਰ ਰਹੀ ਹੈ, ਪਰ ਤੁਸੀਂ ਉਹ ਗੇਮ ਨੂੰ ਛੱਡਣਾ ਨਹੀਂ ਚਾਹ ਰਹੇ। ਤੁਹਾਡਾ ਪਿਓ ਤੁਹਾਨੂੰ ਕੰਮ ਦੇ ਲਈ ਆਵਾਜ਼ ਮਾਰ ਰਿਹਾ ਹੈ, ਪਰ ਤੁਸੀਂ ਉਸ ਇੰਟਰਨੈਟ ਦੇ ਉੱਤੇ, ਉਸ PUBG ਦੇ ਉੱਤੇ ਲੱਗੇ ਹੋਏ ਹੋ। ਇਸ PUBG ਨੇ ਤੁਹਾਨੂੰ ਅਨਾਗਿਆਕਾਰੀ ਕਰਨੀ ਸਿਖਾ ਦਿੱਤੀ ਹੈ। ਇਸ ਨੇ ਤੁਹਾਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਹੋਇਆ ਹੈ। ਇੰਟਰਨੈਟ ਦੇ ਉੱਤੇ ਸਾਰਾ ਦਿਨ ਤੁਸੀਂ ਬੈਠੇ ਰਹਿੰਦੇ ਹੋ, ਔਰ ਘਰਾਂ ਦੇ ਕੰਮ, ਆਗਿਆਕਾਰੀ ਜਿਹੜੀ ਹੈ ਉਹ ਕਰਨੀ ਤੁਸੀਂ ਭੁੱਲ ਗਏ ਹੋ। ਇਹ ਸਾਨੂੰ ਖੁਦਾ ਦੇ ਵਚਨ ਤੋਂ ਦੂਰ ਲੈ ਕੇ ਜਾ ਰਿਹਾ ਹੈ। ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢੀਏ। ਜਦੋਂ ਇਹ ਸਾਡੀ ਜ਼ਿੰਦਗੀ ਦੇ ਵਿੱਚੋਂ ਜਾਏਗਾ ਤੇ ਅਸੀਂ ਖੁਦਾ ਦੇ ਵਚਨ ਨੂੰ ਸਿੱਖ ਸਕਾਂਗੇ। ਇੰਟਰਨੈਟ ਯੂਜ਼ ਕਰਨਾ ਚੰਗਾ ਹੈ, ਸਮਾਂ ਦਿਓ ਪਰ ਕੁਝ ਸਿੱਖਣ ਦੇ ਲਈ। ਬਹੁਤ ਲੋਕਾਂ ਨੇ ਬਹੁਤ ਕੁਝ ਅਚੀਵ ਕੀਤਾ ਇੰਟਰਨੈਟ ਤੋਂ ਸਿੱਖ ਕੇ। ਜੇ ਤੁਸੀਂ ਕੁਝ ਇੰਟਰਨੈਟ ਯੂਜ਼ ਕਰਦੇ ਹੋ ਤਾਂ ਕੁਝ ਸਿੱਖੋ, ਆਪਣੇ ਸਮੇਂ ਦਾ ਯੂਜ਼ ਕਰੋ। ਆਪਣਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ, ਆਪਣਾ ਟਾਈਮ ਬਰਬਾਦ ਕਰ ਰਹੇ ਹੋ। ਤੁਹਾਨੂੰ ਜ਼ਰੂਰਤ ਹੈ ਕਿ ਇਸ ਟਾਈਮ ਨੂੰ, ਇਸ ਸਮੇਂ ਨੂੰ, ਇਸ ਪੈਸੇ ਦਾ ਅਸੀਂ ਕੁਝ ਫਾਇਦਾ ਲੈ ਸਕੀਏ, ਕੁਝ ਸਿੱਖ ਸਕੀਏ। PUBG ਤੋਂ ਤੁਹਾਨੂੰ ਕੀ ਮਿਲਣਾ ਹੈ? ਦਿਸ ਇਜ਼ ਅ ਵੇਸਟ ਆਫ ਟਾਈਮ, ਵੇਸਟ ਆਫ ਲਾਈਫ। ਤੁਸੀਂ ਲਾਈਫ ਨੂੰ ਵੇਸਟ ਕਰ ਰਹੇ ਹੋ, ਆਪਣੇ ਟਾਈਮ ਨੂੰ ਵੇਸਟ ਕਰ ਰਹੇ ਹੋ। ਇਹ PUBG ਤੁਹਾਨੂੰ ਸ਼ੈਤਾਨ ਦੇ ਉਸ ਜਾਲ ਦੇ ਵਿੱਚ ਫਸਾ ਰਹੀ ਹੈ, ਤੁਹਾਨੂੰ ਪਰਮੇਸ਼ਰ ਤੋਂ ਦੂਰ ਲੈ ਕੇ ਜਾ ਰਹੀ ਹੈ, ਖੁਦਾ ਦੇ ਵਚਨ ਤੋਂ ਦੂਰ ਲੈ ਕੇ ਜਾ ਰਹੀ ਹੈ। ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਗੱਲਾਂ ਦੇ ਉੱਤੇ ਧਿਆਨ ਦੇਈਏ। ਅਨਾਗਿਆਕਾਰੀ ਦਾ ਸਭ ਤੋਂ ਵੱਡਾ ਕਾਰਨ ਇੰਟਰਨੈਟ ਬਣਿਆ ਹੋਇਆ। ਸਾਰਾ ਦਿਨ ਤੁਸੀਂ ਫੇਸਬੁੱਕ ਤੇ ਲੱਗੇ ਰਹਿੰਦੇ ਹੋ, ਸਾਰਾ ਦਿਨ ਤੁਸੀਂ WhatsApp ਤੇ ਲੱਗੇ ਰਹਿੰਦੇ ਹੋ, ਸਾਰਾ ਦਿਨ ਤੁਸੀਂ PUBG ਤੇ ਲੱਗੇ ਰਹਿੰਦੇ ਹੋ, YouTube ਤੇ ਲੱਗੇ ਰਹਿੰਦੇ ਹੋ। ਠੀਕ ਹੈ, ਤੁਸੀਂ ਯੂਜ਼ ਕਰਦੇ ਹੋ, ਥੋੜਾ ਯੂਜ਼ ਕਰੋ, ਸਿੱਖਣ ਦੇ ਲਈ ਯੂਜ਼ ਕਰੋ। ਆਪਣੇ ਆਪ ਨੂੰ ਖੁਦਾ ਦੇ ਵਚਨ ਦੇ ਮੁਤਾਬਿਕ, ਪਰਮੇਸ਼ਰ ਦੇ ਵਚਨ ਦੇ ਮੁਤਾਬਿਕ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਜਿੰਨਾ ਸਮਾਂ ਤੁਸੀਂ PUBG ਜਾਂ ਇੰਟਰਨੈਟ ਤੇ ਦਿੰਦੇ ਹੋ, ਜੇ ਤੁਸੀਂ ਵਚਨ ਪੜ੍ਹਨ ਤੇ ਦੇ ਦਿਓ ਨਾ, ਤੁਸੀਂ ਵਚਨ ਨੂੰ ਸਿੱਖਣ ਤੇ ਦੇ ਦਿਓ, ਤੇ ਤੁਹਾਡੀ ਲਾਈਫ ਖੁਦਾ ਕਿਤੇ ਤੋਂ ਕਿਤੇ ਪਹੁੰਚਾ ਦੇਵੇ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਵਚਨ ਜਿਹੜਾ ਹੈ ਇਹ ਸਾਨੂੰ ਜ਼ਿੰਦਗੀ ਦਿੰਦਾ ਹੈ, ਪਰ ਇੰਟਰਨੈਟ ਜਿਹੜਾ ਤੁਸੀਂ ਜ਼ਿਆਦਾ ਯੂਜ਼ ਕਰ ਰਹੇ ਹੋ ਔਰ ਆਪਣਾ ਸਮਾਂ, ਆਪਣੀ ਲਾਈਫ ਨੂੰ ਵੇਸਟ ਕਰ ਰਹੇ ਹੋ, ਇਹ ਤੁਹਾਨੂੰ ਅਨਾਗਿਆਕਾਰੀ ਵੱਲ ਲੈ ਕੇ ਜਾ ਰਿਹਾ ਹੈ। ਇਹ PUBG ਤੁਹਾਨੂੰ ਨਰਕ ਵੱਲ ਲੈ ਕੇ ਜਾ ਰਹੀ ਹੈ। ਇਹ ਸ਼ੈਤਾਨ ਦਾ ਫਸਾਇਆ ਹੋਇਆ ਜਾਲ ਹੈ ਜਿਹਦੇ ਵਿੱਚ ਤੁਸੀਂ ਫਸ ਚੁੱਕੇ ਹੋ। ਸਮਾਂ ਹੈ ਕਿ ਅਸੀਂ ਇਹਦੇ ਵਿੱਚੋਂ ਨਿਕਲੀਏ। ਔਰ ਬਹੁਤ ਜ਼ਰੂਰੀ ਹੈ, ਮੈਂ ਖਾਸ ਕਰਕੇ ਮਸੀਹ ਲੋਕਾਂ ਨੂੰ, ਜਿੰਨੇ ਵਿਸ਼ਵਾਸੀ ਨੇ, ਕਲੀਸਿਆਵਾਂ ਦੇ ਵਿੱਚ ਕਈ ਲੋਕ ਤੇ ਇਸ ਤੇ ਐਸੇ ਵੇਖਣ ਨੂੰ ਮਿਲੇ ਜਿਹੜੇ ਬੈਠੇ ਚਰਚ ਦੇ ਵਿੱਚ ਹੁੰਦੇ ਆ ਤੇ ਖੇਡਦੇ PUBG ਹੁੰਦੇ ਆ। ਇੱਥੋਂ ਤੱਕ ਕਈ ਸੁਣਨ ਨੂੰ ਮਿਲਿਆ, ਕਈ ਤੇ ਪਾਸਟਰ ਵੀ PUBG ਖੇਡਦੇ ਆ। ਉਹਨਾਂ ਸਮਾਂ ਅਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ ਬਤਾਈਏ ਜੋ ਸਮਾਂ ਅਸੀਂ ਵੇਸਟ ਕਰ ਰਹੇ ਹਾਂ। ਦਿਸ ਇਜ਼ ਅ ਵੇਸਟ ਆਫ ਟਾਈਮ। ਸਮੇਂ ਨੂੰ ਬਰਬਾਦ ਨਾ ਕਰੀਏ, ਟਾਈਮ ਨੂੰ ਬਰਬਾਦ ਨਾ ਕਰੀਏ, ਆਪਣੇ ਸਮੇਂ ਨੂੰ ਯੂਜ਼ ਕਰੋ। ਸਮੇਂ ਨੂੰ, ਲਿਖਿਆ ਬਾਣੀ ਦੇ ਵਿੱਚ, ਸਮੇਂ ਨੂੰ ਲਾਭਦਾਇਕ ਬਣਾਓ, ਕਿਉਂਕਿ ਦਿਨ ਕੀ ਨੇ? ਬੁਰੇ ਨੇ। ਇਸ ਬੁਰੇ ਸਮੇਂ ਦੇ ਵਿੱਚ, ਇਸ ਬੁਰੇ ਦਿਨਾਂ ਦੇ ਵਿੱਚ ਆਪਣੇ ਸਮੇਂ ਨੂੰ ਲਾਭਦਾਇਕ ਬਣਾਉਣਾ ਹੈ। ਕਿਸ ਤਰ੍ਹਾਂ ਇੱਕ ਜਵਾਨ ਆਪਣੀ ਜਵਾਨੀ ਦੇ ਵਿੱਚ ਆਪਣੀ ਚਾਲ ਨੂੰ ਸ਼ੁੱਧ ਕਰ ਸਕਦਾ ਹੈ? ਉਹ ਤੇਰੇ ਵਚਨਾਂ ਦੇ ਉੱਤੇ ਧਿਆਨ ਕਰਕੇ। ਹਾਲੇਲੂਇਆ, ਹਾਲੇਲੂਇਆ।
ਔਰ ਤੀਸਰੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਕਿ ਜਦੋਂ ਮਾਂ-ਬਾਪ ਬਜ਼ੁਰਗ ਹੋ ਜਾਂਦੇ ਨੇ ਜਾਂ ਜਦੋਂ ਅਸੀਂ ਕੁਝ ਅਚੀਵ ਕਰ ਲੈਂਦੇ ਹਾਂ ਜਾਂ ਕਿਸੇ ਮੁਕਾਮ ਤੇ ਪਹੁੰਚ ਜਾਂਦੇ ਹਾਂ ਤੇ ਅਸੀਂ ਮਾਂ-ਪਿਓ ਨੂੰ ਕੁਝ ਸਮਝਦੇ ਨਹੀਂ। ਪਰ ਖੁਦਾ ਦਾ ਵਚਨ ਸਿਖਾਉਂਦਾ ਹੈ ਕਿ ਅਸੀਂ ਉਹਨਾਂ ਦਾ ਆਦਰ ਕਰਨਾ ਹੈ, ਉਹਨਾਂ ਦੀ ਇੱਜ਼ਤ ਕਰਨੀ। ਇੱਕ ਆਇਤ ਨੂੰ ਤੁਸੀਂ ਪੜ੍ਹਦੇ ਹੋ, ਕਹੌਤਾਂ 23 ਅਧਿਆਏ ਉਸ ਦੀ 22 ਆਇਤ। ਕਹੌਤਾਂ 23 ਅਧਿਆਏ ਉਸ ਦੀ 22 ਆਇਤ। ਆਪਣੇ ਪਿਓ ਦੀ ਗੱਲ ਸੁਣ, ਆਪਣੇ ਪਿਓ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈ, ਜਿਸ ਤੋਂ ਤੂੰ ਜੰਮਿਆ ਹੈ, ਅਤੇ ਆਪਣੀ ਮਾਂ ਨੂੰ ਉਹਦੇ ਵਡੇਪੇ ਦੇ ਸਮੇਂ, ਆਪਣੀ ਮਾਂ ਨੂੰ ਉਹਦੇ ਵਡੇਪੇ ਦੇ ਸਮੇਂ ਤੁੱਛ ਨਾ ਜਾਣ। ਤੁੱਛ ਨਾ ਜਾਣ। ਆਪਣੇ ਮਾਂ ਪਿਓ ਨੂੰ ਤੁੱਛ ਨਾ ਜਾਣੋ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ, ਪਾਲਿਆ ਪੋਸਿਆ, ਵੱਡਿਆ ਕੀਤਾ। ਅੱਜ ਜੇ ਅਸੀਂ ਕੁਝ ਅਚੀਵ ਕਰ ਲਿਆ ਜਾਂ ਕੁਝ ਪਾ ਲਿਆ ਜਾਂ ਕਿਸੇ ਮੁਕਾਮ ਤੇ ਪਹੁੰਚ ਗਏ ਹਾਂ ਤੇ ਅਸੀਂ ਉਹਨਾਂ ਨੂੰ ਕੁਝ ਸਮਝਦੇ ਨਹੀਂ ਹੈ। ਕਹਿੰਦਾ ਉਹਨਾਂ ਨੂੰ ਤੁੱਛ ਨਾ ਜਾਣ। ਇਹ ਖੁਦਾ ਦਾ ਵਚਨ ਸਿਖਾਉਂਦਾ। ਬਹੁਤ ਪਰਿਵਾਰਾਂ ਦੇ ਵਿੱਚ ਗਏ ਔਰ ਸੁਣਨ ਨੂੰ ਮਿਲਦਾ ਹੈ ਜੀ ਸਾਡੇ ਬੱਚੇ ਜਿਹੜੇ ਨੇ ਹੁਣ ਸਾਨੂੰ ਪੁੱਛਦੇ ਨਹੀਂ। ਜਦ ਤੁਸੀਂ ਛੋਟੇ ਸੀ ਤੇ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਪੁੱਛਿਆ, ਅੱਜ ਮਾਂ ਪਿਓ ਬਜ਼ੁਰਗ ਹੋ ਗਏ ਤੇ ਉਹਨਾਂ ਨੂੰ ਕੌਣ ਪੁੱਛੇਗਾ? ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਤੁਸੀਂ ਅਣਆਗਿਆਕਾਰੀ ਕਰ ਰਹੇ ਹੋ। ਤੁਹਾਡੇ ਮਾਂ ਪਿਓ ਦਾ ਤੁਸੀਂ ਆਦਰ ਨਹੀਂ ਕਰ ਰਹੇ, ਇੱਜ਼ਤ ਮਾਨ ਨਹੀਂ ਕਰ ਰਹੇ ਤੇ ਤੁਹਾਡੀ ਦੁਆ ਕੀ ਕਾਰੇ ਕਰੇਗੀ? ਤੁਹਾਡੀ ਪ੍ਰਾਰਥਨਾ ਕੀ ਕਾਰੇ ਕਰੇਗੀ? ਤੁਹਾਡਾ ਰੋਜ਼ਾ ਕੀ ਕੰਮ ਕਰੇਗਾ ਜੇ ਤੁਸੀਂ ਆਪਣੇ ਮਾਂ ਪਿਓ ਨੂੰ ਨਹੀਂ ਪੁੱਛ ਰਹੇ, ਤੁਸੀਂ ਉਹਨਾਂ ਦਾ ਆਦਰ ਨਹੀਂ ਕਰਦੇ, ਤੁਸੀਂ ਉਹਨੂੰ ਤੁੱਛ ਜਾਣਦੇ ਹੋ? ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਸਾਡੇ ਮਾਂ ਪਿਓ ਜਿਹੜੇ ਨੇ ਉਹ ਆਦਰ ਦੇ ਯੋਗ ਨੇ। ਅਸੀਂ ਉਹਨਾਂ ਦਾ ਆਦਰ ਕਰਨਾ ਹੈ, ਆਪਣੇ ਮਾਂ ਪਿਓ ਦੀ ਇੱਜ਼ਤ ਕਰਨੀ ਹੈ। ਇਹ ਖੁਦਾ ਦਾ ਹੁਕਮ ਹੈ। ਆਪਣੇ ਮਾਂ ਪਿਓ ਦੀ ਆਗਿਆ ਕਰ ਰਹਿਣਾ ਵਾਅਦੇ ਨਾਲ ਪਹਿਲਾ ਹੁਕਮ ਹੀ ਇਹ ਹੈ। ਪਰ ਜੇ ਤੁਸੀਂ ਉਹਨਾਂ ਦਾ ਨਿਰਾਦਰ ਕਰਦੇ ਹੋ ਤੇ ਤੁਸੀਂ ਫਿਰ ਖੁਦਾ ਦੇ ਹੁਕਮ ਨੂੰ ਤੋੜਦੇ ਹੋ ਤੇ ਖੁਦਾ ਦੇ ਹੁਕਮ ਨੂੰ ਤੋੜ ਕੇ ਖੁਦਾ ਦੇ ਨਜ਼ਦੀਕ ਆਉਣਾ ਬਹੁਤ ਮੁਸ਼ਕਲ ਹੈ। ਤੇ ਖੁਦਾ ਦੇ ਨਜ਼ਦੀਕ ਆਉਣਾ ਹੈ ਤੇ ਖੁਦਾ ਦੇ ਹੁਕਮ ਨੂੰ ਮੰਨਣਾ ਪਏਗਾ। ਹਾਲੇਲੂਇਆ। ਇੱਕ ਹੋਰ ਆਇਤ ਤੁਸੀਂ ਪੜ੍ਹਦੇ ਹੋ, ਕੁਲਸੀਆਂ 3 ਉਸ ਦੀ 20। ਹੇ ਬਾਲਕੋ, ਤੁਸੀਂ ਸਭਨੀ ਗੱਲੀ ਆਪਣੇ ਮਾਪਿਆਂ ਦੀ ਆਗਿਆਕਾਰੀ ਕਰੋ, ਕਿਉਂ ਜੋ ਪ੍ਰਭੂ ਵਿੱਚ ਇਹ ਗੱਲ ਮਨ ਪਾਉਣੀ ਹੈ। ਇਹ ਗੱਲ ਕੀ ਹੈ? ਮਨ ਪਾਉਣੀ। ਪਰਮੇਸ਼ਵਰ ਨੂੰ ਮਨ ਪਾਉਂਦਾ ਹੈ। ਤੁਹਾਡੀ ਦੁਆ ਤਾਂ ਖੁਦਾ ਨੂੰ ਮਨ ਪਾਉਂਦੀ ਹੋਏਗੀ ਜੇ ਤੁਸੀਂ ਮਾਂ ਪਿਓ ਦੇ ਆਗਿਆਕਾਰ ਹੋਵੋਗੇ। ਤੁਹਾਡੀ ਪ੍ਰਾਰਥਨਾ ਤਾਂ ਖੁਦਾ ਨੂੰ ਮਨ ਪਾਉਂਦੀ ਹੋਏਗੀ ਜੇਕਰ ਤੁਸੀਂ ਆਪਣੇ ਮਾਂ ਪਿਓ ਦਾ ਆਦਰ ਕਰੋਗੇ, ਇੱਜ਼ਤ ਕਰੋਗੇ। ਤੁਹਾਡਾ ਰੋਜ਼ਾ ਰੱਖਣਾ, ਤੁਹਾਡਾ ਪ੍ਰਾਰਥਨਾ ਕਰਨਾ, ਤੁਹਾਡਾ ਸੰਗਤੀ ਕਰਨਾ, ਤੁਹਾਡਾ ਚਰਚ ਜਾਣਾ ਤਾਂ ਹੀ ਖੁਦਾ ਨੂੰ ਪਸੰਦ ਆਏਗਾ ਜੇ ਤੁਸੀਂ ਆਪਣੇ ਮਾਂ ਪਿਓ ਦੇ ਆਗਿਆਕਾਰ ਹੋ। ਤੇ ਜੇ ਆਗਿਆਕਾਰੀ ਨਹੀਂ ਹੈ ਤੇ ਫਿਰ ਅਸੀਂ ਪਰਮੇਸ਼ਰ ਦੇ ਹੁਕਮ ਨੂੰ ਨਹੀਂ ਮੰਨ ਰਹੇ, ਫਿਰ ਅਸੀਂ ਖੁਦਾ ਦੇ ਹੁਕਮ ਨੂੰ ਤੋੜ ਰਹੇ। ਇੱਕ ਜਵਾਨ ਕਿਸ ਤਰ੍ਹਾਂ ਆਪਣੀ ਚਾਲ ਨੂੰ ਸ਼ੁੱਧ ਕਰ ਸਕਦਾ ਹੈ? ਉਹ ਖੁਦਾ ਦੇ ਹੁਕਮ ਦੇ ਅਨੁਸਾਰ ਚੱਲ ਕੇ। ਲਿਖਿਆ, ਹੇ ਜਵਾਨ, ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਆਪਣੇ ਕਰਤਾਰ ਨੂੰ ਚੇਤੇ ਰੱਖ, ਅਜੇ ਉਹ ਸਮਾਂ ਨਹੀਂ ਆਇਆ ਜਿੰਨਾ ਤੂੰ ਕਹੇਗਾ ਮੈਨੂੰ ਕੁਝ ਲਾਭ ਨਹੀਂ ਹੈ। ਇਸ ਕਰਕੇ ਪ੍ਰਭੂ ਨੂੰ ਚੇਤੇ ਰੱਖੀਏ ਔਰ ਖੁਦਾ ਨੂੰ ਯਾਦ ਰੱਖਾਂਗੇ ਤੇ ਖੁਦਾ ਦਾ ਭੈ ਸਾਡੀ ਜ਼ਿੰਦਗੀ 'ਚ ਹੋਏਗਾ। ਪਰਮੇਸ਼ਰ ਦਾ ਭੈ ਹੋਏਗਾ ਤੇ ਆਗਿਆਕਾਰੀ ਹੋਏਗੀ, ਤੇ ਆਗਿਆਕਾਰੀ ਹੋਏਗੀ ਤੇ ਅਸੀਂ ਮਾਂ ਪਿਓ ਦੀ ਆਗਿਆਕਾਰੀ ਕਰਾਂਗੇ ਤੇ ਫਿਰ ਅਸੀਂ ਖੁਦਾ ਦੇ ਹੁਕਮਾਂ ਨੂੰ ਪੂਰੀਆਂ ਕਰਾਂਗੇ ਤੇ ਖੁਦਾ ਦੇ ਵਾਅਦੇ ਸਾਡੀ ਜ਼ਿੰਦਗੀ 'ਚ ਪੂਰੇ ਹੋਣਗੇ। ਲਿਖਿਆ, ਧਰਤੀ ਉੱਤੇ ਤੇਰੀ ਉਮਰ ਕੀ ਹੋਏਗੀ? ਲੰਮੀ ਹੋਏਗੀ। ਜਦੋਂ ਕਹੌਤਾਂ ਦੀ ਕਿਤਾਬ ਨੂੰ ਅਸੀਂ ਪੜ੍ਹਦੇ ਹਾਂ ਤੇ ਬਾਰ-ਬਾਰ ਉੱਥੇ ਬਹੁਤ ਕੁਝ ਲਿਖਿਆ ਹੈ ਕਿ ਹੇ ਮੇਰੇ ਪੁੱਤਰ, ਬਾਰ-ਬਾਰ ਤੁਸੀਂ ਪੜ੍ਹੋਗੇ ਔਰ ਬਹੁਤ ਵਾਰ ਪੁੱਤਰ ਨੂੰ ਪਿਤਾ ਦੇ ਵੱਲੋਂ ਆਗਿਆਕਾਰੀ ਹੋਣ ਲਈ ਕਿਹਾ ਗਿਆ ਹੈ। ਇੰਸਟਰਕਸ਼ਨ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਤੂੰ ਪਿਓ ਦੀ ਤਾਲੀਮ ਦੇ ਉੱਤੇ ਚੱਲਣਾ ਹੈ। ਇਸ ਕਰਕੇ ਪ੍ਰਭੂ ਦੇ ਵਚਨਾਂ ਦੇ ਵਿੱਚ ਬਣੋ, ਆਗਿਆਕਾਰੀ ਕਰੋ। ਜੋ ਮਾਂ ਪਿਓ ਕਹਿੰਦੇ ਨੇ ਉਹ ਕਰਨਾ ਹੈ, ਕਿਉਂਕਿ ਸਾਨੂੰ ਮਾਂ ਪਿਓ ਖੁਦਾ ਨੇ ਦਿੱਤੇ ਨੇ, ਉਹ ਸਾਡੇ ਲਈ ਭਲਾ ਤੇ ਚੰਗਾ ਸੋਚਦੇ ਨੇ। ਪਰ ਅੱਜ ਦੇ ਯੁੱਗ ਦੇ ਵਿੱਚ ਜਵਾਨ ਲੋਕ ਮਾਂ ਪਿਓ ਦੀ ਆਗਿਆਕਾਰੀ ਨਹੀਂ ਕਰ ਰਹੇ, ਤੇ ਜੇ ਅਸੀਂ ਮਾਂ ਪਿਓ ਦੀ ਆਗਿਆਕਾਰੀ ਨਹੀਂ ਕਰ ਰਹੇ ਤੇ ਅਸੀਂ ਖੁਦਾ ਦੇ ਹੁਕਮ ਨੂੰ ਵੀ ਪੂਰਿਆ ਨਹੀਂ ਕਰ ਰਹੇ। ਖੁਦਾ ਦੇ ਹੁਕਮ ਤਾਂ ਹੀ ਪੂਰਾ ਹੋਏਗਾ ਜੇ ਅਸੀਂ ਮਾਂ ਪਿਓ ਦੇ ਆਗਿਆਕਾਰ ਰਹਾਂਗੇ। ਖੁਦਾ ਇਹਨਾਂ ਵਚਨਾਂ ਦੇ ਨਾਲ ਆਪ ਸਭ ਨੂੰ ਬਰਕਤ ਦੇ। ਆਮੀਨ।